खालसा वाहिगुरू जी की फतेह। गुरसिख सत मीडिया चैनल देख रहे सारे ही दर्शकों का एक बार फिर निੱਘਾ स्वागत है। जिवें कि आप जी जानते हो गुरसिख सत मीडिया चैनल का हमेशा तो उपराला है आप जी नूं गुर इतिहास गुरबाणी दे नाल जोड़न दा, और इसे ही लड़ी दे विच आप जी दे नाल पहला छोटे घल्लूघारे दा इतिहास लड़ी रूप दे विच आप जियां दे नाल साझा कीता सी, और आप जी दे सहयोग दे नाल दोबारा दूसरी लड़ी जो है कलगीधर पातशाह दीयां 14 जंगां दी ਉਹ ਸਾਂਝੀ ਕਰਨ ਜਾ ਰਹੇ ਹਾਂ। और इसे लड़ी ਦੇ ਵਿੱਚ ਅੱਜ ਪਹਿਲਾ ਭਾਗ जो मालिक ਦੀ ਪਹਿਲੀ ਜੰਗ ਹੈ ਆਪਣੇ ਜੀਵਨ ਦੀ ਸਾਰਿਆਂ ਤੋਂ ਵੱਡੀ ਜੋ ਪਹਿਲੀ ਜੰਗ ਹੈ। ਇਸ ਤੋਂ ਬਾਅਦ ਵੀ ਵੱਡੀਆਂ ਜੰਗਾਂ ਹੋਈਆਂ ਨੇ और ਪਹਿਲੀ ਵੱਡੀ ਜੰਗ ਹੈ ਕਿਉਂਕਿ ਮੈਂ ਇਹ ਲਫ਼ਜ਼ ਇਸ ਕਰਕੇ ਇੱਥੇ ਵਰਤ ਰਿਹਾ ਵੱਡੀ ਜੰਗ ਦਾ ਕਿਉਂਕਿ ਇਸ ਤੋਂ ਪਹਿਲਾਂ ਇਵੇਂ ਇੱਕ ਜੰਗ ਨਹੀਂ ਹੋਈ ਕੋਈ। ਉਸ ਤੋਂ ਪਹਿਲਾਂ ਛੋਟੀਆਂ-ਛੋਟੀਆਂ ਝੜਪਾਂ ਜ਼ਰੂਰ ਹੋਈਆਂ ਨੇ ਸਤਿਗੁਰਾਂ ਦੀਆਂ ਕਲਗੀਧਰ ਪਾਤਸ਼ਾਹ ਦੀਆਂ ਹੋਰ ਪਹਾੜੀ ਰਾਜਿਆਂ ਦੀਆਂ। और ये जंग का कारण सारियां तो वड्डा ये सी कि ये जो शुरुआत तो ही पहाड़ी राजे और ये ब्राह्मण जमात जो है वो कलगीधर पातशाह दे नाल जां सिख कौम दे नाल शुरू तो ही ये लड़ना जां नीवा दिखाउण दा यतन जां किसी ना किसी ढंग दे नाल खत्म करन दा यतन करते रहे हैं। और उहदे पिछे एक सच की विचारधारा सी क्योंकि मालिक कहंदे ने जिथे सच की गल होवे उत्थे झूठ नूं अग लग जाती है। जे को बोले सच कूड़ा जल जावे। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਦੀ ਗੱਲ ਕੀਤੀ ਉਸੇ ਦਿਨ ਤੋਂ ਹੀ ਇਹਨਾਂ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਵੀ ਇਸ ਕੌਮ ਨੂੰ ਖਤਮ ਕਰਨਾ ਹੈ। ਔਰ ਇਸੇ ਨੂੰ ਦੇਖਦਿਆਂ ਹੋਇਆਂ ਛੇਵੇਂ ਪਾਤਸ਼ਾਹ ਸਤਿਗੁਰਾਂ ਨੇ ਵੀ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਬਕਾਇਦਾ ਚੰਗੀ ਤਿਆਰੀ ਦੇ ਨਾਲ ਜੰਗੀ ਤਿਆਰੀ ਦੇ ਨਾਲ ਇਹ ਸਾਰਾ ਸਿਸਟਮ ਤਿਆਰ ਕੀਤਾ। और जो मालिक दे कोल इवें तैयारियां हो गई सिंह भी तैयार होने लग गए शस्त्र विद्या दे विच निपुण होने लग गए और इस दे नाल पहाड़ी राजियां दी मुश्किलां जिहड़ियां सी ओह वधण लग गईयां। उन्हां दे मनां दे विच होर खार वधनी शुरू हो गई। और इसे ही वक्फे दे विच पूर्वी बंगाल तो आए हुए राजकुमार उन्हां ने सतगुरां नूं ओह अपनी माता दे नाल ओह राजकुमार आया सी कलगीधर पातशाह नूं उहने प्रसादी हाथी ਤੇ ਹੋਰ ਚੰਗੇ ਜਿਹੜੇ ਸ਼ਸਤਰ ਨੇ 5 ਕਿਲਾ ਸ਼ਸਤਰ ਤੇ ਹੋਰ ਚੰਗੀਆਂ ਭੇਟਾਵਾਂ ਦਿੱਤੀਆਂ ਕਿਉਂਕਿ ਜਿਹੜੇ ਮਾਲਕ ਦੇ ਨਾਲ ਪਿਆਰ ਰੱਖਦੇ ਸਨ ਉਹਨਾਂ ਵਾਸਤੇ ਇਹਨਾਂ ਦੀ ਕੋਈ ਕੀਮਤ ਨਹੀਂ। ਪਰ ਜਦੋਂ ਖਾਰ ਖਾਣ ਦੀ ਗੱਲ ਹੋਵੇ ਫਿਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਈ ਵਾਰ ਸਾਡੇ ਮਨਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਂਦੀਆਂ। ਇਦਾਂ ਹੀ ਭੀਮ ਚੰਦ ਦੇ ਮਨ ਦੇ ਉੱਤੇ ਵੀ ਇਹ ਬਹੁਤ ਵੱਡਾ ਪ੍ਰਭਾਵ ਪਿਆ। ਉਸੇ ਹੀ ਸਮੇਂ ਦੇ ਵਿੱਚ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਦਾ ਰਿਸ਼ਤਾ ਜੋ ਹੈ ਕੁੜਮਾਈ ਉਹ ਫਤਿਹ ਸ਼ਾਹ ਦੇ ਉਹਦੀ ਕੁੜੀ ਦੇ ਨਾਲ ਹੋ ਗਈ। ਜਦੋਂ ਵਿਆਹ ਦਾ ਸਮਾਂ ਆਇਆ ਉਧਰੋਂ ਵਿਆਹ ਦਾ ਸਮਾਂ ਸੀ ਜੋ ਕੁੜਮਾਈ ਦਾ ਸਮਾਂ ਸੀ ਉਸ ਵਕਤ ਉਹਨੇ ਸਤਿਗੁਰਾਂ ਦੇ ਕੋਲੋਂ ਇਹ ਪ੍ਰਸਾਦੀ ਹਾਥੀ ਚੰਗਾ ਸ਼ਮਿਆਨਾ ਤੇ 5 ਕਿਲਾ ਸ਼ਸਤਰ ਮੰਗਿਆ। ਪਰ ਸਤਿਗੁਰਾਂ ਨੂੰ ਉਹਦੀ ਨੀਅਤ ਦਾ ਪਤਾ ਸੀ ਇਸ ਕਰਕੇ ਕਲਗੀਧਰ ਪਾਤਸ਼ਾਹ ਨੇ ਉਹਨੂੰ ਇਹ ਸਾਰੀਆਂ ਚੀਜ਼ਾਂ ਦੇਣ ਤੋਂ ਮਨਾ ਕਰ ਦਿੱਤਾ ਜਵਾਬ ਦੇ ਦਿੱਤਾ ਜਿਸ ਦੇ ਕਰਕੇ ਉਹਦੇ ਮਨ ਦੇ ਅੰਦਰ ਰੋਸ ਪੈਦਾ ਹੋ ਗਿਆ ਕਿਉਂਕਿ ਉਹਨੂੰ ਇਦਾਂ ਲੱਗਦਾ ਸੀ ਇਹ ਬਿਲਾਸਪੁਰ ਦਾ ਮੈਂ ਰਾਜਾ ਵਾਂ ਕਹਿਲੂਰ ਦਾ ਜੋ ਇਹ ਰਿਆਸਤ ਹੈ ਇਹ ਮੇਰੇ ਕੋਲ ਹੈ ਔਰ ਇੱਥੇ ਦਾ ਮਾਲਕ ਮੈਂ ਆ ਇਹ ਇੱਥੇ ਇਦਾਂ ਨਹੀਂ ਕਰ ਸਕਦੇ ਵੀ ਮੈਂ ਮੰਗੀ ਹੋਵੇ ਚੀਜ਼ ਮੇਰੀ ਰਿਆਸਤ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਇਹਨਾਂ ਨੇ ਇਹ ਮਨਾ ਕਰ ਦਿੱਤਾ। ਪਰ ਫਿਰ ਵੀ ਸਤਿਗੁਰਾਂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਉਹਨੇ ਬੜੇ ਸਮੇਂ ਲੱਭੇ ਐਸਾ ਯਤਨ ਕਰਦਾ ਰਿਹਾ ਕਿ ਉਹਨੂੰ ਕੋਈ ਨਾ ਕੋਈ ਸਮਾਂ ਮਿਲ ਜਾਵੇ ਜਿਸ ਦੇ ਨਾਲ ਉਹ ਸਤਿਗੁਰਾਂ ਦੇ ਕੋਲੋਂ ਇਹ ਬਦਲਾ ਲੈ ਸਕੇ। ਔਰ ਉਸੇ ਸਮੇਂ ਦੇ ਵਿੱਚ ਮੇਦਨੀ ਪ੍ਰਕਾਸ਼ ਨੇ ਵੀ ਸਤਿਗੁਰਾਂ ਨੂੰ ਸੁਨੇਹਾ ਭੇਜਿਆ ਔਰ ਇੱਧਰ ਸਤਿਗੁਰੂ ਵੀ ਪ੍ਰਚਾਰ ਕਰਦੇ ਹੋਏ ਪਿੰਡਾਂ ਦੇ ਵਿੱਚ ਉਸ ਇਲਾਕੇ ਵੱਲ ਨੂੰ ਜਾ ਰਹੇ ਸੀ। ਜਦੋਂ ਮੇਦਨੀ ਪ੍ਰਕਾਸ਼ ਦੇ ਇਲਾਕੇ ਦੇ ਵਿੱਚ ਪਹੁੰਚੇ ਤੇ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਾਲਕ ਜੀ ਫਤਿਹ ਸ਼ਾਹ ਨੇ ਮੇਰਾ ਕੁਝ ਇਲਾਕਾ ਦੱਬ ਲਿਆ ਹੈ ਤੇ ਜੇਕਰ ਤੁਸੀਂ ਰਹਿਮਤ ਕਰੋ ਤੁਸੀਂ ਉਹਨੂੰ ਇਹ ਕਹੋ ਤਾਂ ਉਹ ਮੇਰਾ ਇਹ ਇਲਾਕਾ ਵਾਪਸ ਕਰ ਸਕਦਾ ਹੈ। ਸਤਿਗੁਰਾਂ ਦੇ ਕਹਿਣ ਦੇ ਉੱਤੇ ਫਤਿਹ ਸ਼ਾਹ ਨੇ ਉਹ ਇਲਾਕਾ ਜੋ ਸੀ ਮੇਦਨੀ ਪ੍ਰਕਾਸ਼ ਦਾ ਉਹ ਵਾਪਸ ਕਰ ਦਿੱਤਾ। ਇਹ ਸਮਾਂ ਸਨ 1685 ਦਾ ਸੀ ਜਿਸ ਵਕਤ ਸਤਿਗੁਰੂ ਜੀ ਉੱਥੇ ਪਹੁੰਚੇ। ਉਸ ਵਕਤ ਮਾਲਕ ਜੀ ਦੇ ਨਾਲ 52 ਕਵੀ ਤੇ 500 ਸ਼ਸਤਰਧਾਰੀ ਸਿੰਘ ਸਨ। ਔਰ ਮੇਦਨੀ ਪ੍ਰਕਾਸ਼ ਇਹ ਹਮੇਸ਼ਾ ਤੋਂ ਚਾਹੁੰਦਾ ਸੀ ਕਿ ਸਤਿਗੁਰੂ ਜੀ ਉੱਥੇ ਰਹਿਣ। ਕਾਰਨ ਇਹ ਸੀ ਵੀ ਉਹਨੂੰ ਪਤਾ ਸੀ ਸਤਿਗੁਰੂ ਜਿੱਥੇ ਰਹਿਣਗੇ ਜੇ ਇਹ ਮੇਰੇ ਇਲਾਕੇ ਦੇ ਵਿੱਚ ਰਹਿਣਗੇ ਤਾਂ ਫਿਰ ਮੈਨੂੰ ਕੋਈ ਖਤਰਾ ਨਹੀਂ, ਕੋਈ ਵੀ ਰਾਜਾ ਆ ਕਰਕੇ ਮੇਰੇ ਉੱਤੇ ਹਮਲਾ ਨਹੀਂ ਕਰ ਸਕਦਾ। ਔਰ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮੇਰਾ ਜੋ ਰਿਆਸਤ ਹੈ ਇਹ ਘੁੰਮੀ ਜਾਵੇ, ਰਿਆਸਤ ਦੇ ਵਿੱਚ ਇੱਕ ਵਾਰ ਸਾਰੀ ਦੇ ਚਰਨ ਪਾਏ ਜਾਣ।
ਸਤਿਗੁਰੂ ਜੀ ਘੁੰਮਦਿਆਂ ਹੋਇਆਂ ਜਮਨਾ ਦੇ ਕੰਢੇ ਦੇ ਉੱਤੇ ਪਹੁੰਚੇ। ਜਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਉਹ ਸਥਾਨ ਪਸੰਦ ਆ ਗਿਆ ਤੇ ਮਾਲਕ ਨੇ ਉੱਥੇ ਇੱਕ ਸ਼ਹਿਰ ਵਸਾ ਦਿੱਤਾ, ਜਿਸ ਦਾ ਨਾਮ ਪੌਂਟਾ ਰੱਖਿਆ ਗਿਆ, ਕਿਉਂਕਿ ਕਲਗੀਧਰ ਪਾਤਸ਼ਾਹ ਦੇ ਪੈਰ ਰੱਖਣ ਦੇ ਕਰਕੇ, ਉੱਥੇ ਟਿਕਣ ਦੇ ਕਰਕੇ ਇਸ ਜਗ੍ਹਾ ਦਾ ਨਾਮ ਰੱਖਿਆ ਗਿਆ। ਔਰ ਇਸ ਤੋਂ ਬਾਅਦ ਇਸੇ ਹੀ ਜਗ੍ਹਾ ਦੇ ਉੱਤੇ 500 ਜਿਹੜੇ ਪਠਾਨ ਸਨ ਔਰੰਗਜ਼ੇਬ ਦੇ ਕੱਢੇ ਹੋਏ, ਉਹ ਵੀ ਇੱਥੇ ਹੀ ਪੀਰ ਬੁੱਧੂ ਸ਼ਾਹ ਜੀ ਦੀ, ਜਿਨ੍ਹਾਂ ਦਾ ਪੂਰਾ ਨਾਮ ਪੀਰ ਬਦਰੁਦੀਨ ਹੈ, ਉਹਨਾਂ ਦੇ ਕਹਿਣ ਦੇ ਉੱਤੇ, ਉਹਨਾਂ ਦੀ ਸਿਫਾਰਿਸ਼ ਦੇ ਨਾਲ ਸਤਿਗੁਰਾਂ ਨੇ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਏ। ਔਰ ਇਸੇ ਹੀ ਸਥਾਨ ਦੇ ਉੱਤੇ 500 ਉਦਾਸੀ ਮਹੰਤ ਵੀ ਕਿਰਪਾਲ ਦਾਸ ਮਹੰਤ ਦੀ ਅਗਵਾਈ ਵਾਲੇ ਉਹ ਇੱਥੇ ਟਿਕੇ ਹੋਏ ਸਨ ਮਾਲਕ ਜੀ ਦੇ ਕੋਲ। ਔਰ ਉਧਰੋਂ ਹੁਣ ਰਾਜਾ ਭੀਮ ਚੰਦ ਦਾ ਜਿਹੜੇ ਪੁੱਤਰ ਅਜਮੇਰ ਚੰਦ ਦਾ ਵਿਆਹ ਫਤਿਹ ਸ਼ਾਹ ਦੀ ਬੇਟੀ ਦੇ ਨਾਲ ਹੋਣ ਦਾ ਸਮਾਂ ਆ ਗਿਆ ਸੀ। ਜਦੋਂ ਬਰਾਤ ਲੈ ਕੇ ਆ ਰਿਹਾ ਸੀ ਰਾਜਾ ਭੀਮ ਚੰਦ, ਬਰਾਤ ਤੋਂ ਪਹਿਲਾਂ ਉਹਨੇ ਸੁਨੇਹਾ ਖੱਤ ਭੇਜਿਆ ਸਤਿਗੁਰਾਂ ਦੇ ਕੋਲ ਕਿ ਸਾਨੂੰ ਪੌਂਟਾ ਸ਼ਹਿਰ ਦੇ ਵਿੱਚੋਂ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਕਲਗੀਧਰ ਪਾਤਸ਼ਾਹ ਨੇ ਅਜਮੇਰ ਚੰਦ ਤੇ ਉਹਦੇ ਕੁਝ ਹੋਰ ਸਾਥੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਇਜਾਜ਼ਤ ਨਾ ਦਿੱਤੀ। ਔਰ ਇਸੇ ਤੋਂ ਹੀ ਰੋਹ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਅਜਮੇਰ ਚੰਦ ਤੇ ਉਹਦੇ ਬਾਪ ਭੀਮ ਚੰਦ ਨੇ ਮਨ ਦੇ ਇਹ ਅੰਦਰ ਗੱਲ ਠਾਣ ਲਈ ਵੀ ਹੁਣ ਅਸੀਂ ਸਾਰੇ ਰਾਜਿਆਂ ਦੇ ਨਾਲ ਇਕੱਠੇ ਹੋ ਕਰਕੇ ਵਾਪਸੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਹਮਲਾ ਕਰਾਂਗੇ, ਇਸ ਸ਼ਹਿਰ ਨੂੰ ਤਬਾਹ ਕਰ ਦੇਵਾਂਗੇ। ਕਲਗੀਧਰ ਪਾਤਸ਼ਾਹ ਥੋੜੇ ਜਿਹੇ ਸਿੰਘਾਂ ਦੇ ਨਾਲ ਨੇ, ਇਹਨਾਂ ਨੂੰ ਖਤਮ ਕਰ ਦੇਵਾਂਗੇ। ਔਰ ਉਧਰ ਫਤਿਹ ਸ਼ਾਹ ਨੇ ਵੀ, ਜੋ ਗੜਵਾਲ ਦਾ ਰਾਜਾ ਹੈ ਸ਼੍ਰੀਨਗਰ ਦਾ, ਉਹਨੇ ਵੀ ਸਤਿਗੁਰਾਂ ਨੂੰ ਆਪਣੀ ਬੇਟੀ ਦੇ ਵਿਆਹ ਦੇ ਉੱਤੇ ਬੁਲਾਉਣ ਵਾਸਤੇ ਸੱਦਾ ਭੇਜਿਆ, ਸੁਨੇਹਾ ਭੇਜਿਆ। ਸਤਿਗੁਰੂ ਜੀ ਆਪ ਨਾ ਗਏ, ਪਰ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਭਾਈ ਦਇਆ ਰਾਮ ਜੀ, ਜਿਹੜੇ 50 ਪਿਆਰਿਆਂ ਦੇ ਵਿੱਚੋਂ ਬਾਅਦ ਵਿੱਚ ਭਾਈ ਦਇਆ ਸਿੰਘ ਜੀ ਬਣੇ, ਅਤੇ ਦੀਵਾਨ ਨੰਦ ਚੰਦ ਨੂੰ ਸਤਿਗੁਰਾਂ ਨੇ ਆਪਣੀ ਜਗ੍ਹਾ ਦੇ ਉੱਤੇ ਭੇਜਿਆ, ਜਿਨ੍ਹਾਂ ਨੂੰ ਤੰਬੂਲ ਦੇ ਕੇ ਭੇਜਿਆ ਗਿਆ ਸੀ, ਚੰਗੇ ਉਪਹਾਰ ਦੇ ਕੇ ਭੇਜਿਆ। ਪਰ ਉੱਥੇ ਪਹੁੰਚਦਿਆਂ ਹੀ ਜਦੋਂ ਉਹਨਾਂ ਨੇ ਦੇਖਿਆ, ਭੀਮ ਚੰਦ ਨੇ ਦੇਖਿਆ ਵੀ ਸਤਿਗੁਰੂ ਜੀ ਆਪ ਨਹੀਂ ਆਏ, ਔਰ ਉਹਦੇ ਮਨ ਦੇ ਅੰਦਰ ਰੋਹ ਵੀ ਸੀ। ਉਹਨੇ ਉਸੇ ਵੇਲੇ ਫਤਿਹ ਸ਼ਾਹ ਨੂੰ ਇਹ ਧਮਕੀ ਦਿੱਤੀ ਵੀ ਤੂੰ ਇਹ ਸਤਿਗੁਰਾਂ ਦਾ ਆਇਆ ਹੋਇਆ ਤੰਬੂਲ ਵਾਪਸ ਕਰ ਦੇ, ਨਹੀਂ ਤਾਂ ਅਸੀਂ ਇਹ ਵਿਆਹੀ ਹੋਈ ਨੂੰ, ਤੇਰੀ ਬੇਟੀ ਨੂੰ ਇੱਥੇ ਹੀ ਛੱਡ ਜਾਵਾਂਗੇ। ਫਤਿਹ ਸ਼ਾਹ ਨੇ ਡਰਦਿਆਂ ਹੋਇਆਂ ਉਹ ਸਾਰਾ ਕੁਝ ਵਾਪਸ ਕਰ ਦਿੱਤਾ। ਸਿੰਘਾਂ ਨੇ ਆ ਕਰਕੇ, ਹੋਰ ਸਿੰਘ ਵੀ ਨਾਲ ਗਏ ਸੀ, ਭਾਈ ਦਇਆ ਰਾਮ ਤੇ ਭਾਈ ਨੰਦ ਚੰਦ ਜੀ ਦੇ, ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਸਾਰੀ ਗੱਲ ਦੱਸੀ। ਨਾਲ ਹੀ ਇਹ ਵੀ ਦੱਸਿਆ ਵੀ ਰਾਜਾ ਭੀਮ ਚੰਦ ਆ ਕਰਕੇ ਇੱਥੇ ਹਮਲਾ ਜ਼ਰੂਰ ਕਰੇਗਾ। ਸਤਿਗੁਰਾਂ ਨੇ ਵੀ ਅਗਾਊਂ ਜਿਹੜੀ ਤਿਆਰੀ ਸੀ ਉਹ ਸ਼ੁਰੂ ਕਰ ਦਿੱਤੀ। ਮਾਲਕ ਜੀ ਉਸ ਵਕਤ ਪੌਂਟਾ ਸਾਹਿਬ ਤੋਂ 7 ਮੀਲ ਦੂਰ ਭੰਗਾਣੀ ਵਾਲੇ ਸਥਾਨ ਦੇ ਉੱਤੇ ਪਹੁੰਚ ਗਏ। ਔਰ ਜਿੱਦਾਂ ਹੀ ਜੰਗ ਦਾ ਨਾਮ ਸੁਣਿਆ, ਉਸੇ ਵੇਲੇ 400 ਪਠਾਨ ਉਸ ਜਗ੍ਹਾ ਤੋਂ ਦੌੜ ਗਏ। ਜਿਹੜੇ 500 ਪਠਾਨ ਸਤਿਗੁਰਾਂ ਨੇ ਆਪਣੀ ਫੌਜ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਕਹਿਣ ਦੇ ਉੱਤੇ, ਸਿਫਾਰਿਸ਼ ਦੇ ਉੱਤੇ ਔਰੰਗਜ਼ੇਬ ਦੇ ਕੱਢੇ ਹੋਏ ਰੱਖੇ ਸਨ, ਉਹਨਾਂ ਦੇ ਵਿੱਚੋਂ 400 ਪਠਾਨ ਮੈਦਾਨ ਛੱਡ ਕੇ ਦੌੜ ਗਏ। ਔਰ ਦੂਜੇ ਪਾਸੇ ਜਿਹੜੇ 500 ਉਦਾਸੀ ਮੰਤ ਸਨ ਉਹ ਵੀ ਦੌੜ ਗਏ। ਉਹਨਾਂ ਦੇ ਵਿੱਚੋਂ ਸਿਰਫ ਮੰਤ ਕਿਰਪਾਲ ਦਾਸ ਜੀ ਉੱਥੇ ਰਹਿ ਗਏ, ਬਾਕੀ ਸਾਰੇ ਦੌੜ ਗਏ ਸਨ। ਜਦੋਂ ਇਹ ਸੁਨੇਹਾ ਉਹਨਾਂ ਨੂੰ ਪਤਾ ਲੱਗਾ ਪੀਰ ਬੁੱਧੂ ਸ਼ਾਹ ਨੂੰ, ਇਹ ਜਿਹੜੇ ਪਠਾਨ ਸਨ ਇਹ ਕੁੰਜਪੁਰ ਦੇ ਇਲਾਕੇ ਦੇ ਰਹਿਣ ਵਾਲੇ ਸਨ, ਹਰਿਆਣੇ ਦੇ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ, ਉਸੇ ਵੇਲੇ ਉਹ ਆਪਣੇ 700 ਮੁਰੀਦਾਂ, ਦੋਵੇਂ ਭਰਾ ਅਤੇ 4 ਪੁੱਤਰਾਂ ਦੇ ਨਾਲ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਸਤਿਗੁਰਾਂ ਦੇ ਨਾਲ ਹੋ ਕਰਕੇ ਲੜਨ ਵਾਸਤੇ ਉੱਥੇ ਪਹੁੰਚੇ ਹਨ। ਉਧਰੋਂ ਵਾਪਸੀ ਦੇ ਵਿੱਚ ਆਉਂਦਿਆਂ ਹੋਇਆਂ ਰਾਜੇ ਭੀਮ ਚੰਦ ਨੇ ਇੱਕ ਚੰਗੀ ਵੱਡੀ ਫੌਜ ਦੇ ਨਾਲ ਸਤਿਗੁਰਾਂ ਦੇ ਉੱਤੇ ਹਮਲਾ ਕੀਤਾ, ਪਰ ਮਾਲਕ ਦੇ ਨਾਲ ਉੱਥੇ ਲੜਨ ਵਾਲੇ ਜਿਹੜੇ ਸਨ ਉਹ ਲਾਲਚੀ ਨਹੀਂ, ਮਾਲਕ ਦੇ ਨਾਲ ਲੜਨ ਵਾਲੇ ਕੋਈ ਉੱਥੇ ਤਨਖਾਹਦਾਰ ਨਹੀਂ, ਮਾਲਕ ਦੇ ਕੋਲ ਜੂਝਣ ਵਾਲੇ ਸਾਰੇ ਉੱਥੇ ਜਿਹੜੇ ਸਨ ਉਹ ਆਪਣੀਆਂ ਜਾਨਾਂ ਨੂੰ ਦਾਅ ਦੇ ਉੱਤੇ ਲਾ ਕੇ ਮਾਲਕ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਕੇ ਲੜਨ ਵਾਲੇ ਸਨ। ਹੁਣ ਉੱਥੇ ਇੱਕ ਚੰਗਾ ਯੁੱਧ ਮਚਿਆ, ਉੱਥੇ ਬਹੁਤ ਭਿਆਨਕ ਯੁੱਧ ਮਚਿਆ, ਔਰ ਉਸ ਜੰਗ ਦੇ ਵਿੱਚ ਦੋਵਾਂ ਹੀ ਧਿਰਾਂ ਦਾ ਕਾਫੀ ਨੁਕਸਾਨ ਹੋਇਆ। ਜਦੋਂ ਇਦਾਂ ਜੰਗ ਚੱਲ ਰਿਹਾ ਸੀ, ਔਰ ਚੱਲਦੇ ਹੋਏ ਜੰਗ ਦੇ ਵਿੱਚ ਕੁਝ ਐਸੀਆਂ ਵੀ ਘਟਨਾ ਹੋਈਆਂ ਜਿਹੜੀਆਂ ਬੇਮਿਸਾਲ ਸਨ। ਜਿਨ੍ਹਾਂ ਨੇ ਕਦੇ ਜੰਗ ਦਾ ਮੈਦਾਨ ਦੇਖਿਆ ਨਹੀਂ, ਜਿਹੜੇ ਕਦੇ ਲੜੇ ਨਹੀਂ, ਉਹਨਾਂ ਨੇ ਵੀ ਇਸ ਜੰਗ ਦੇ ਵਿੱਚ ਆਪਣੇ ਜੌਹਰ ਦਿਖਾਏ। ਭਾਵੇਂ ਉਹ ਲਾਲ ਚੰਦ ਮਾਹੀ ਹੋਵੇ, ਜਿਹਦਾ ਕੰਮ ਸਿਰਫ ਮੱਝਾਂ ਚਾਰਨਾ ਸੀ, ਉਹਨੇ ਇੰਨੀ ਕੁ ਫੁਰਤੀ ਸੀ, ਇੰਨੀ ਤਾਕਤ ਦੇ ਨਾਲ ਤੀਰ ਚਲਾਉਣੇ ਨਹੀਂ ਆਉਂਦੇ, ਧਨੁੱਖ ਚਲਾਉਣਾ ਨਹੀਂ ਸੀ ਆਉਂਦਾ, ਪਰ ਆਪਣੇ ਹੱਥਾਂ ਦੇ ਨਾਲ ਹੀ ਉਹਨਾਂ ਤੀਰਾਂ ਨੂੰ ਫੜ ਕੇ ਜ਼ੋਰ ਦੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਨਾਲ ਉਹਨੇ ਕਈ ਮੁਗਲ ਸਿਪਾਹੀ ਤੇ ਪਹਾੜੀ ਰਾਜੇ ਜਿਹੜੇ ਸਨ ਉਹਨੇ ਖਤਮ ਕੀਤੇ। ਔਰ ਇਧਰੋਂ ਲਾਲ ਚੰਦ ਜਿਹੜਾ ਹਲਵਾਈ ਹੈ,
ਉਹਨੇ ਵੀ ਬੜੇ ਆਪਣੇ ਕੁੱਦਕੇ ਦੇ ਨਾਲ ਹਿਆਤ ਖਾਂ ਵਰਗੇ ਜਿਹੜੇ ਆਗੂ ਸਨ, ਉਹਨਾਂ ਦੇ ਜਰਨੈਲ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਇਹ ਹਿਆਤ ਖਾਂ ਉਹੀ ਹੈ ਜਿਹੜਾ 400 ਪਠਾਣਾਂ ਦੇ ਵਿੱਚੋਂ ਭੱਜਿਆ ਸੀ। 400 ਪਠਾਣਾਂ ਦੇ ਵਿੱਚੋਂ ਇਹ 100 ਪਠਾਣਾਂ ਦਾ ਮੁਖੀ ਸੀ। ਇਹ ਹਿਆਤ ਖਾਂ, ਕਾਲੇ ਖਾਂ, ਉਮਰ ਖਾਂ, ਇਹ ਹੋਰ ਇਦਾਂ ਦੇ ਜਰਨੈਲ ਜਿਹੜੇ ਆਗੂ ਸਨ ਉਹਨਾਂ 400 ਪਠਾਣਾਂ ਦੇ, ਇਹ ਵੀ ਸਤਿਗੁਰਾਂ ਦੇ ਖਿਲਾਫ ਹੋ ਕੇ ਲੜਨ ਵਾਸਤੇ ਪਹੁੰਚੇ ਸਨ। ਔਰ ਦੂਜੇ ਪਾਸੇ ਮਹੰਤ ਕਿਰਪਾਲ ਦਾਸ ਵੀ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਨੇ। ਸਤਿਗੁਰਾਂ ਨੇ ਇਹਨੂੰ ਵੀ ਕਿਹਾ ਸੀ ਵੀ ਤੁਸੀਂ ਵੀ ਜਾ ਸਕਦੇ ਹੋ ਜਿੱਥੇ ਬਾਕੀ ਚਲੇ ਗਏ। ਕਹਿੰਦੇ ਨਹੀਂ, ਮੈਂ ਨਹੀਂ ਜਾਣਾ ਚਾਹੁੰਦਾ, ਮੈਂ ਤੁਹਾਡੇ ਚਰਨਾਂ ਦੇ ਵਿੱਚ ਰਹਾਂਗਾ। ਔਰ ਇਸ ਪ੍ਰਕਾਰ ਦੇ ਨਾਲ ਜੰਗ ਲੜਦਿਆਂ ਹੋਇਆਂ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਸਤਿਗੁਰਾਂ ਦੀ ਭੂਆ ਦਾ ਪੁੱਤਰ ਸੰਗੋ ਸ਼ਾਹ ਸ਼ਹਾਦਤ ਦਾ ਜਾਮ ਪੀਂਦਾ ਹੈ ਤੇ ਮਾਲਕ ਜੀ ਵੀ ਉਸ ਵਕਤ ਮੈਦਾਨੇ ਜੰਗ ਦੇ ਵਿੱਚ ਉਤਰਦੇ ਨੇ, ਜਿਸ ਦੇ ਨਾਲ ਵੈਰੀਆਂ ਦੇ ਵਿੱਚ ਤਰਥੱਲੀ ਮਚ ਜਾਂਦੀ ਹੈ। ਸਾਰੇ ਹੀ ਜੋ ਪਹਾੜੀ ਫੌਜ ਹੈ ਉਹ ਭੱਜਣਾ ਸ਼ੁਰੂ ਕਰ ਦਿੰਦੀ ਹੈ। ਔਰ ਇਸ ਜੰਗ ਦੇ ਵਿੱਚ ਸਤਿਗੁਰਾਂ ਦੇ ਭੂਆ ਦੇ ਦੋਵੇਂ ਪੁੱਤਰ ਭਾਈ ਸੰਗੋ ਸ਼ਾਹ ਤੇ ਜੀਤਮਲ ਸ਼ਹਾਦਤ ਦਾ ਜਾਮ ਪੀਂਦੇ ਨੇ। ਔਰ ਹੋਰ ਬੇਅੰਤ ਸਿੱਖ ਸ਼ਹਾਦਤਾਂ ਉੱਥੇ ਉਹਨਾਂ ਦੀਆਂ ਹੁੰਦੀਆਂ ਨੇ। ਔਰ ਉਹਨਾਂ ਦੇ ਨਾਲ ਨਾਲ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਉਹ ਵੀ ਸ਼ਹਾਦਤ ਦਾ ਜਾਮ ਪੀਂਦੇ ਨੇ। ਉਹਨਾਂ ਦਾ ਇੱਕ ਭਰਾ ਭੂਰੇ ਖਾਂ ਉਹ ਵੀ ਉੱਥੇ ਸ਼ਹੀਦ ਹੁੰਦਾ ਹੈ। ਇਦਾਂ ਕਰਕੇ 700 ਮਰੀਦਾਂ ਦੇ ਵਿੱਚੋਂ ਵੀ ਬਹੁਤ ਸਾਰੇ ਮਰੀਦ ਉੱਥੇ ਸ਼ਹੀਦ ਹੁੰਦੇ ਨੇ। ਔਰ ਇਸ ਪ੍ਰਕਾਰ ਸਤਿਗੁਰਾਂ ਨੇ ਇੱਕ ਜੰਗ, ਇਹ ਪਹਿਲੀ ਜੰਗ ਜਿਹੜੀ ਵੱਡੀ ਜੰਗ ਸੀ, ਇੱਕ ਰਲਵੀਂ ਫੌਜ ਦੇ ਨਾਲ, ਵੱਡੀ ਫੌਜ ਦੇ ਨਾਲ ਉਹ ਜੰਗ ਜਿੱਤ ਲਈ। ਔਰ ਇੱਥੇ ਇੱਕ ਹੋਰ ਖਾਸ ਗੱਲ ਹੈ, ਸਤਿਗੁਰਾਂ ਨੇ ਉਸ ਵਕਤ ਪੌਂਟਾ ਸ਼ਹਿਰ ਇਸ ਕਰਕੇ ਛੱਡਿਆ ਕਿ ਇਸ ਸ਼ਹਿਰ ਦੇ ਵਿੱਚ ਕੋਈ ਬਹੁਤਾ ਨੁਕਸਾਨ ਨਾ ਹੋਵੇ। ਔਰ ਇਸ ਪ੍ਰਕਾਰ ਦੇ ਨਾਲ ਇਹ ਸਤਿਗੁਰਾਂ ਨੇ ਇੱਕ ਜੰਗ ਜਿੱਤ ਲਈ, ਜਿਸ ਦਾ ਡਰ ਹਮੇਸ਼ਾ ਦੇ ਲਈ ਉਹਨਾਂ ਪਹਾੜੀ ਰਾਜਿਆਂ ਦੇ ਅੰਦਰ ਬੈਠ ਗਿਆ। ਮੇਹਦੀ ਪ੍ਰਕਾਸ਼ ਵੀ ਸੋਚਣ ਲੱਗਾ ਵੀ ਜਿਨ੍ਹਾਂ ਨੇ ਇੰਨੀ ਵੱਡੀ ਫੌਜ ਨੂੰ ਹਰਾ ਦਿੱਤਾ ਉਹ ਕੁਝ ਸਮਾਂ ਹੋਰ ਮੇਰੇ ਨਾਲ ਰਹਿਣ। ਔਰ ਜਦੋਂ ਪੀਰ ਬੁੱਧੂ ਸ਼ਾਹ ਸ਼ਾਮ ਦੇ ਵਕਤ ਸਤਿਗੁਰਾਂ ਦੇ ਕੋਲ ਆਏ, ਉਸ ਵਕਤ ਸਤਿਗੁਰੂ ਜੀ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਔਰ ਕੰਘਾ ਕਰਦਿਆਂ ਹੋਇਆਂ ਸਤਿਗੁਰਾਂ ਦੇ ਕੋਲ ਜਦੋਂ ਪੀਰ ਬੁੱਧੂ ਸ਼ਾਹ ਪਹੁੰਚੇ, ਪੀਰ ਬੁੱਧੂ ਸ਼ਾਹ ਨੂੰ ਵੇਖ ਕਰਕੇ ਸਤਿਗੁਰੂ ਕਹਿਣ ਲੱਗੇ, ਭਾਈ ਪੀਰ ਬੁੱਧੂ ਸ਼ਾਹ, ਤੁਸਾਂ ਨੇ ਬੜੀ ਸੇਵਾ ਨਿਭਾਈ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੁਸੀਂ ਜੋ ਮੰਗੋਗੇ ਮਿਲ ਜਾਏਗਾ। ਪੀਰ ਬੁੱਧੂ ਸ਼ਾਹ ਨੇ ਕਿਹਾ, ਸਤਿਗੁਰੂ ਜੀ, ਮੈਂ ਐਸਾ ਕੋਈ ਕਾਰਜ ਨਹੀਂ ਕੀਤਾ ਕਿ ਮੈਂ ਕੁਝ ਮੰਗ ਸਕਾਂ। ਹਾਂ, ਰਹਿਮਤ ਕਰਿਓ, ਬਖਸ਼ਿਸ਼ ਕਰ ਦਿਓ ਮੇਰੇ ਉੱਤੇ, ਮੈਂ ਤੁਹਾਡੇ ਚਰਨਾਂ ਦੇ ਵਿੱਚ ਮੈਨੂੰ ਜਗ੍ਹਾ ਮਿਲ ਜਾਵੇ, ਤੁਹਾਡੇ ਚਰਨਾਂ ਦੇ ਨਾਲ ਜੁੜਿਆ ਰਹਾਂ। ਪਰ ਸਤਿਗੁਰਾਂ ਨੇ ਉਸ ਵਕਤ ਆਪਣਾ, ਜੇ ਉਹਨਾਂ ਨੇ ਕਿਹਾ ਵੀ ਫਿਰ ਦੁਬਾਰਾ ਸਤਿਗੁਰਾਂ ਨੇ ਕਿਹਾ ਵੀ ਕੁਝ ਹੋਰ ਮੰਗ ਲਵੋ, ਤੁਹਾਨੂੰ ਅੱਜ ਸਾਰਾ ਕੁਝ ਮਿਲ ਜਾਵੇਗਾ। ਪੀਰ ਬੁੱਧੂ ਸ਼ਾਹ ਨੇ ਕਿਹਾ, ਸਤਿਗੁਰੂ ਜੀ, ਜੇ ਤਰੁੱਠੇ ਹੋ ਤੇ ਆਪਣਾ ਆ ਕੰਘਾ ਕੇਸਾਂ ਸਮੇਤ ਮੈਨੂੰ ਦੇ ਦਿਓ ਨਿਸ਼ਾਨੀ ਵਜੋਂ। ਸਤਿਗੁਰਾਂ ਨੇ ਉਹ ਕੰਘਾ, ਜਿਸ ਦੇ ਵਿੱਚ ਕੁਝ ਕੇਸ ਵੀ ਸਨ, ਉਹ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤਾ। ਆਪਣੀ ਦਸਤਾਰ ਦੇ 2 ਹਿੱਸੇ ਕੀਤੇ, ਇੱਕ ਹਿੱਸਾ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤਾ ਤੇ ਦੂਜਾ ਹਿੱਸਾ ਮਹੰਤ ਕਿਰਪਾਲ ਦਾਸ ਨੂੰ ਦੇ ਦਿੱਤਾ। ਔਰ ਜਦੋਂ ਇਹ ਸਰੂਪਾਓ ਜਿਹੜਾ ਹੈ ਉਹ ਪੀਰ ਬੁੱਧੂ ਸ਼ਾਹ ਨੂੰ ਮਿਲਿਆ ਤੇ ਪੀਰ ਬੁੱਧੂ ਸ਼ਾਹ ਦੇ ਲਫ਼ਜ਼ ਬੜੇ ਕਮਾਲ ਦੇ ਸਨ। ਉਹਨਾਂ ਨੇ ਲਫ਼ਜ਼ ਵਰਤੇ, ਸਤਿਗੁਰੂ ਜੀ, ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨੀ ਵੱਡੀ ਬਖਸ਼ਿਸ਼ ਤੁਸਾਂ ਨੇ ਮੇਰੇ ਉੱਤੇ ਕਰ ਦਿੱਤੀ ਹੈ। ਹੈਰਾਨੀ ਹੈ, ਅੱਜ ਸਾਨੂੰ ਇਸ ਗੱਲ ਦੇ ਵਿੱਚੋਂ ਇਹ ਸਿੱਖਣਾ ਚਾਹੀਦਾ ਹੈ, ਜੋ ਅੱਜ ਅਸੀਂ ਹਾਲ ਕੀਤਾ ਹੋਇਆ ਸਰੂਪਾਓ ਦਾ, ਜਿਹਦੇ ਮਰਜ਼ੀ ਗੱਲ ਪਾ ਦਿੰਨੇ ਆ, ਇਹ ਵੀ ਥੋੜਾ ਜਿਹਾ ਖਿਆਲ ਰੱਖੀਏ। ਇਤਿਹਾਸ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਸਾਨੂੰ ਮਿਲਦਾ ਹੈ, ਸਿੱਖਣ ਦਾ ਵੀ ਯਤਨ ਕਰੀਏ। ਸਤਿਗੁਰੂ ਰਹਿਮਤ ਕਰਨ। ਬੋਲਦਿਆਂ ਹੋਇਆਂ ਬੇਅੰਤ ਗੱਲਾਂ ਐਸੀਆਂ ਨੇ ਜਿਹੜੀਆਂ ਛੁੱਟ ਜਾਂਦੀਆਂ ਨੇ, ਕੁਝ ਗਲਤ ਵੀ ਬੋਲਿਆ ਜਾ ਸਕਦਾ ਹੈ। ਦਰਸ਼ਕ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਔਰ ਸੁਝਾਵਾਂ ਦੀ ਆਸ ਦੇ ਵਿੱਚ ਗੁਰਸਿੱਖ ਸੱਤ ਮੀਡੀਆ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।